ਗੱਲ ਕਰਾਂਗੇ ਬੀਜੇਪੀ ਗੱਠਜੋੜ ਦੀ ਜਿਸ ਦੇ ਵਿੱਚ ਕੈਪਟਨ ਦਾ ਵਿਰੋਧ ਹੁੰਦਾ ਨਜ਼ਰ ਆ ਰਿਹਾ। ਦੱਸਦੇ ਕਿ ਬੀਜੇਪੀ ਆਗੂ ਹਰਜੀਤ ਗਰੇਵਾਲ ਦਾ ਬਿਆਨ ਆਇਆ ਕਿ ਕੈਪਟਨ ਦੀ ਪਾਰਟੀ ਦਾ ਕੋਈ ਖਾਸ ਫਾਇਦਾ ਨਹੀਂ ਹੈ। ਪਟਿਆਲਾ ਦੇ ਵਿੱਚ ਵੀ ਕੈਪਟਨ ਦਾ ਵਜੂਦ ਖਤਮ ਹੋ ਗਿਆ ਔਰ ਅੰਦੋਲਨ ਦੇ ਦੌਰਾਨ ਬੀਜੇਪੀ ਲੀਡਰਾਂ ਤੇ ਹੋਏ ਹਮਲਿਆਂ ਦੇ ਵਿੱਚ ਕੈਪਟਨ ਦਾ ਹੀ ਹੱਥ ਸੀ, ਦਾ ਵੀ ਹੱਥ ਸੀ ਔਰ ਗੱਠਜੋੜ ਰਹੇਗਾ ਜਾਂ ਨਹੀਂ, ਫਿਰ ਇਹ ਹਾਈ ਕਮਾਂਡ ਫੈਸਲਾ ਕਰੇਗੀ। ਯਾਨੀ ਕਿ ਉਹਨਾਂ ਦੇ ਹੱਥ ਹੈ ਔਰ ਬੀਜੇਪੀ ਨੂੰ ਆਪਣੇ ਦਮ ਤੇ ਅੱਗੇ ਵਧਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕਿਹਾ ਕਿ ਸੰਗਰੂਰ ਤੋਂ ਢੀਂਡਸਾ ਨੂੰ ਟਿਕਟ ਦਿੱਤੀ ਜਾਣੀ ਚਾਹੀਦੀ ਹੈ। से पहले की बात करें, कहीं ना कहीं किसान आंदोलन हुआ और हुआ तो कहीं ना कहीं आपकी पार्टी का जो वर्कर है दबी आवाज के अंदर यही कहता हुआ नजर आता है कि उसके लिए कैप्टन अमरिंदर जिम्मेवार थे। तो ਉਹਦੇ 'ਚ ਕੀ ਦਿੱਕਤ ਆ? ਜਿਹੜੀ ਗੱਲ ਦਬੀ ਆਵਾਜ਼ 'ਚ ਕਿਉਂ ਕਹੇ ਜੀ? ਜਿਹੜੀ ਗੱਲ ਹੈ ਉਹ ਉੱਚੀ ਆਵਾਜ਼ 'ਚ ਕਹਿਣੀ ਚਾਹੀਦੀ ਹੈ। ਦਬੀ ਆਵਾਜ਼ 'ਚ ਤਾਂ ਜਿਹੜੇ ਕਾਇਰ ਨੇ ਉਹ ਕਹਿੰਦੇ ਹੁੰਦੇ ਆ, ਨਾ ਉਹ ਕਿਸੇ ਪਾਰਟੀ ਦੇ ਕੰਮ ਆ ਸਕਦੇ ਆ, ਨਾ ਕਿਸੇ ਪਰਿਵਾਰ ਦੇ ਆ ਸਕਦੇ ਆ, ਨਾ ਉਹ ਦੇਸ਼ ਦੇ ਆ ਸਕਦੇ ਆ। ਅਣਖ ਤੇ ਗੈਰਤ ਵਾਲੇ ਲੋਕ ਹੀ ਕੰਮ ਆਉਂਦੇ ਆ ਪਾਰਟੀਆਂ ਦੇ ਵੀ, ਠੀਕ ਹੈ। ਇਸ ਕਰਕੇ ਉਹ ਤਾਂ ਮੇਰੀ ਫਸਲ ਉਹਨਾਂ ਨੇ ਖੁਲਵਾਈ, ਬਹੁਤ ਵਰਕਰਾਂ 'ਤੇ ਹਮਲੇ ਕੀਤੇ, ਬਾਈ ਨੇਮ ਪਰਚੇ ਨਹੀਂ ਹੋਏ। ਇੱਥੇ ਰਾਜਪੁਰੇ ਸਾਡੇ ਵਰਕਰ ਸਾਰੀ ਰਾਤ ਬੰਦ ਰਹੇ। ਅਗਰ ਸਾਡੀ ਸੈਂਟਰਲ ਲੀਡਰਸ਼ਿਪ ਸਟੈਂਡ ਨਾ ਲੈਂਦੀ ਤਾਂ ਉਦੋਂ ਸ਼ਾਇਦ ਉਹ ਮਾਰੇ ਵੀ ਜਾ ਸਕਦੇ ਸੀ। ਇਸ ਤਰ੍ਹਾਂ ਬਹੁਤ ਕੁਝ ਹੋਇਆ ਸਾਡੇ ਨਾਲ। ਸਾਡੇ ਪੰਜਾਬ ਦੇ ਪ੍ਰਧਾਨ ਨੇ ਅਸ਼ਵਨੀ ਸ਼ਰਮਾ, ਉਹਨਾਂ 'ਤੇ ਬੜੇ ਹਮਲੇ ਹੋਏ। ਤੀਕਸ਼ਣ ਸੂਦ ਦੇ ਘਰ 'ਤੇ ਹਮਲਾ ਹੋ ਗਿਆ, ਗੋਬਰ ਸੁੱਟਿਆ ਹੈ ਟਰਾਲੀ, ਔਰ बहुत जगह होया। आने वाले समय के अंदर अगर गठबंधन को लेकर के, क्योंकि आप भी पार्टी के सीनियर नेता हैं, आपसे अगर राय ली जाती है तो कहीं ना कहीं आप पक्ष में नहीं हैं। ਰਹਿ ਲੈਣਗੇ ਤਦ ਹੀ ਹੈ ਨਾ। ਕਿੰਨੀ ਰਹਿ ਲੈਂਦੇ ਆ, ਕੀ ਲੈਂਦੇ ਆ, ਉਹ ਗੱਲ ਅਲੱਗ ਆ। ਉੱਪਰ ਵਾਲਿਆਂ ਦੀ ਸੋਚ ਕੀ ਆ, ਉਹ ਕਿਉਂ ਇਹ ਕਰ ਰਹੇ ਆ, ਉਹ ਉਸ ਨੂੰ ਵੀ ਤਾਂ ਦੇਖਣਾ ਪੈਂਦਾ ਨਾ। ਅਸੀਂ ਤਾਂ ਅਨੁਸ਼ਾਸਨ 'ਚ ਰਹਿਣ ਵਾਲੀ ਪਾਰਟੀ ਹਾਂ ਅਤੇ ਜਦੋਂ ਤੱਕ ਫੈਸਲਾ ਨਹੀਂ ਕੋਈ ਹੁੰਦਾ ਉਦੋਂ ਤੱਕ ਤਾਂ ਅਸੀਂ ਵਿਰੋਧ ਕਰਦੇ ਹਾਂ। ਉਸ ਤੋਂ ਬਾਅਦ ਅਸੀਂ ਫੈਸਲਿਆਂ ਦੇ ਨਾਲ ਚੱਲ ਪੈਂਦੇ ਹਾਂ। ਸਾਡੇ ਫੈਸਲੇ ਸਮੂਹਿਕ ਹੁੰਦੇ ਆ, ਕੋਈ ਇੱਕ ਵਿਅਕਤੀ ਨਹੀਂ ਲੈਂਦਾ। ਇਸੇ ਕਰਕੇ ਭਾਰਤੀ ਜਨਤਾ ਪਾਰਟੀ 'ਚ ਕਦੇ ਬਗਾਵਤ ਨਹੀਂ ਹੁੰਦੀ, ਕਦੀ नहीं ਹੁੰਦੀ। लेकिन पर्सनल हरजीत ग्रेवाल क्या सोचते हैं कि अमरिंदर सिंह के साथ जाने से, उन पार्टियों के साथ जाने से फ़ायदा होगा बीजेपी को आगामी या नुकसान होगा? देखो, ਢੀਂਡਸਾ ਜੀ ਨਾਲ ਜਾਣ 'ਚ ਸੰਗਰੂਰ 'ਚ ਫਾਇਦਾ ਹੋਏਗਾ ਅਤੇ ਇਹਨਾਂ ਨਾਲ ਪਟਿਆਲੇ 'ਚ ਜਾਣ 'ਚ ਫਾਇਦਾ ਹੋ ਸਕਦਾ, ਪਰ ਪੂਰੇ ਪੰਜਾਬ 'ਚ ਕੋਈ ਕਿਸੇ ਦਾ ਆਧਾਰ ਨਹੀਂ ਹੈ, ਉਹਦਾ ਕੋਈ ਲਾਭ ਨਹੀਂ ਹੋਣਾ। ਅਤੇ ਉਹ ਅਸੀਂ ਆਪਣਾ ਆਧਾਰ ਵਧਾਉਣਾ ਤਾਂ ਸਾਨੂੰ ਇਕੱਲੇ ਹੀ ਜਾਣਾ ਪਊਗਾ ਅਤੇ ਉਹ ਹੁਣ ਦੇਖਣਾ ਹੈਗਾ ਸਾਰਿਆਂ ਦੀ, ਬਾਕੀਆਂ ਦੀ ਸਹਿਮਤੀ ਕਿਸ ਗੱਲ 'ਤੇ ਹੈ ਉਹ ਪਤਾ ਲੱਗੇਗਾ। ਅਤੇ ਮੇਰਾ ਮਤ ਅਲੱਗ ਹੈਗਾ, ਕਿਉਂਕਿ ਮੈਂ ਅਲੱਗ ਤਰ੍ਹਾਂ ਦੀ ਜ਼ਮੀਨ 'ਤੇ ਘੁੰਮਦਾ, ਅਲੱਗ ਤਰ੍ਹਾਂ ਦੇ ਲੋਕਾਂ 'ਚ ਵਿਚਰਦਾ ਅਤੇ ਜਗ੍ਹਾ ਜਗ੍ਹਾ ਜਾਂਦਾ ਔਰ ਬਹੁਤ ਜ਼ਿਆਦਾ ਘੁੰਮਣਾ ਹੈਗਾ ਮੇਰਾ। ਤਾਂ ਸਾਨੂੰ ਆਮ ਪਬਲਿਕ ਦਾ ਵੀ ਪਤਾ ਰਹਿੰਦਾ ਵੀ ਉਹ ਕੀ ਸੋਚਦੀ ਹੈ ਅਤੇ ਸਾਡਾ ਆਧਾਰ ਕਿਸ ਤਰ੍ਹਾਂ ਵਧਣਾ ਉਹ ਵੀ ਪਤਾ ਰਹਿੰਦਾ। ਠੀਕ ਹੈ ਨਾ ਗੱਲ। ਤਾਂ ਉਧਰ ਆਪ ਸਰਕਾਰ ਨੇ ਹੁਣ ਪੰਜਾਬ ਦੇ ਵਿੱਚੋਂ ਗੈਰ ਕਾਨੂੰਨੀ ਮਾਈਨਿੰਗ ਖਤਮ ਹੋਣ ਦਾ ਦਾਅਵਾ ਕੀਤਾ। ਮਾਈਨਿੰਗ ਮੰਤਰੀ ਹਰਜੋਤ ਬੈਂਸ ਨੇ ਅੰਕੜੇ ਵੀ ਜਾਰੀ ਕੀਤੇ ਨੇ ਤੇ ਨਾਲ ਹੀ ਪੱਤਰਕਾਰਾਂ ਤੋਂ ਲੈ ਕੇ ਵੱਡੇ ਅਧਿਕਾਰੀਆਂ ਤੱਕ ਸਭ ਤੇ ਪੈਸਾ ਖਾਣ ਦੇ ਇਲਜ਼ਾਮ ਵੀ ਲਾਏ ਨੇ। ਗੈਰ ਕਾਨੂੰਨੀ ਮਾਈਨਿੰਗ, ਬੇਅਦਬੀ ਅਤੇ ਨਸ਼ੇ ਤੋਂ ਬਾਅਦ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ ਹੈ। ਚੋਣਾਂ ਦੌਰਾਨ ਵੀ ਇਹ ਮੁੱਦਾ ਖੂਬ ਉੱਠਿਆ ਅਤੇ ਸਿਆਸਤ ਵੀ ਰੱਜ ਕੇ ਹੋਈ, ਪਰ ਹੁਣ ਪੰਜਾਬ 'ਚ ਆਪ ਸਰਕਾਰ ਬਣਦੇ ਹੀ ਗੈਰ ਕਾਨੂੰਨੀ ਮਾਈਨਿੰਗ ਖਤਮ ਕਰਨ ਦਾ ਦਾਅਵਾ ਹੋਇਆ ਹੈ। ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਸਾਲ ਹਰ ਰੋਜ਼ 35,000 ਟਨ ਕਾਨੂੰਨੀ ਮਾਈਨਿੰਗ ਹੁੰਦੀ ਸੀ, ਜਿਹੜੀ ਕਿ ਹੁਣ 1 ਲੱਖ ਟਨ ਤੋਂ ਪਾਰ ਹੋ ਗਈ ਹੈ। ਜਿਹੜਾ ਲੀਗਲ ਮਾਈਨਿੰਗ ਹੈ ਉਸ ਦੇ ਵਿੱਚ ਭਾਰੀ ਇਜ਼ਾਫਾ ਹੋਇਆ। ਆ ਜਿਹੜੇ ਟੈਂਡਰ ਦਿੱਤੇ ਗਏ ਸੀ ਇਹ ਪਿਛਲੀ ਸਰਕਾਰ ਵੱਲੋਂ ਦਿੱਤੇ ਗਏ ਸੀ ਤੇ ਮਾਰਚ 2023 ਤੱਕ ਹੈ। ਉਹਨਾਂ ਹੀ ਠੇਕੇਦਾਰਾਂ, ਉਹਨਾਂ ਕੰਟਰੈਕਟਰਾਂ ਤੋਂ ਸ਼ਿਕੰਜਾ ਕੱਸ ਕੇ ਇਮਾਨਦਾਰੀ ਦੇ ਨਾਲ ਲੀਗਲ ਮਾਈਨਿੰਗ ਕਰਾਈ ਗਈ। ਤੇ ਮੈਂ ਤੁਹਾਨੂੰ ਦੱਸਦੇ ਹੋਏ ਖੁਸ਼ੀ ਹੁੰਦੀ ਹੈ ਕਿ ਪਿਛਲੇ ਸਾਲ ਸਿਰਫ 35,000 ਤੋਂ 40,000 ਮੈਟ੍ਰਿਕ ਟਨ ਡੇਲੀ ਐਵਰੇਜ ਐਕਸਟ੍ਰੈਕਸ਼ਨ ਹੁੰਦੀ ਸੀ, ਖੱਡਾਂ ਚੋਂ ਰੇਤਾ ਬਜਰੀ ਨਿਕਲਦਾ ਸੀ, ਜਦਕਿ ਅਸੀਂ 1 ਲੱਖ ਤੋਂ ਪਾਰ ਲੈ ਕੇ ਜਾ ਚੁੱਕੇ ਹਾਂ। ਕੱਲ ਪੰਜਾਬ ਦੇ ਵਿੱਚ 1,03,000 ਮੈਟ੍ਰਿਕ ਟਨ ਐਕਸਟ੍ਰੈਕਸ਼ਨ ਹੋਈ ਹੈ। ਮਾਈਨਿੰਗ ਮੰਤਰੀ ਨੇ ਪਿਛਲੀਆਂ ਸਰਕਾਰਾਂ ਨੂੰ ਵੀ ਨਿਸ਼ਾਨੇ ਤੇ ਲਿਆ। ਉਹਨਾਂ ਕਿਹਾ ਹੈ ਕਿ ਇਸ ਤੋਂ ਪਹਿਲਾਂ ਨਜਾਇਜ਼ ਮਾਈਨਿੰਗ ਜ਼ੋਰਾਂ ਤੇ ਸੀ, ਪਰ ਹੁਣ ਇਸ ਤੇ ਪੂਰੀ ਤਰ੍ਹਾਂ ਲਗਾਮ ਲੱਗੀ ਹੈ। ਮਾਈਨਿੰਗ ਮੰਤਰੀ ਨੇ ਕਈ ਤਰ੍ਹਾਂ ਦੇ ਅੰਕੜੇ ਵੀ ਲੋਕਾਂ ਅੱਗੇ ਪੇਸ਼ ਕੀਤੇ ਨੇ। ਪਿਛਲੇ ਸਾਲ ਮਈ ਮਹੀਨੇ 'ਚ ਸਿਰਫ 8 ਲੱਖ ਮੈਟ੍ਰਿਕ ਟਨ ਲੀਗਲ ਮਾਈਨਿੰਗ ਹੋਈ ਤੇ ਇਸ ਸਾਲ ਮਈ ਮਹੀਨੇ 'ਚ ਅਸੀਂ ਆਲਰੇਡੀ 18.5 ਲੱਖ ਮੈਟ੍ਰਿਕ ਟਨ ਪਾਰ ਕਰ ਚੁੱਕੇ ਹਾਂ, ਜੋ ਕਿ 2 ਗੁਣਾ ਤੋਂ ਵੀ ਜ਼ਿਆਦਾ ਹੈ। ਇਸ ਦਾ ਮਤਲਬ ਸਾਫ਼ ਹੈ ਕਿ ਪਿਛਲੀਆਂ ਸਰਕਾਰਾਂ ਇਲੀਗਲ ਮਾਈਨਿੰਗ ਕਰਾਉਂਦੀਆਂ ਸੀ ਤੇ ਉਸ ਦੇ ਨਾਲ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਜਿਹੜਾ ਹੈ ਉਹਦੇ 'ਚ ਚੋਰੀ ਹੋਈ, ਇੱਕ ਮਾਫੀਆ ਚੱਲਦਾ ਸੀਗਾ। ਉਧਰ ਰੋਪੜ ਦੇ ਇੱਕ ਸਮਾਗਮ 'ਚ ਬੋਲਦਿਆਂ ਹਰਜੋਤ ਸਿੰਘ ਬੈਂਸ ਨੇ ਦਾਅਵਾ ਕੀਤਾ ਹੈ ਕਿ ਵਿਭਾਗ 'ਚ ਪਹਿਲਾਂ ਸਭ ਕੁਝ ਹਵਾ 'ਚ ਚੱਲਦਾ ਸੀ ਅਤੇ तमाम ਅਧਿਕਾਰੀਆਂ ਨੂੰ ਇਸ ਦਾ ਨਜਾਇਜ਼ ਮਾਈਨਿੰਗ 'ਚੋਂ ਹਿੱਸਾ ਜਾਂਦਾ ਸੀ। ਇੱਕ ਐਡਮ ਦਾ ਮਹਿਕਮਾ ਸੀ ਜਿੱਥੇ ਸਾਰਾ ਕੁਝ ਹੀ ਹਵਾ 'ਚ ਚੱਲਦਾ ਸੀ।
ਇੱਦਾਂ ਦਾ ਮਹਿਕਮਾ ਸੀ, ਪਿੰਡਾਂ ਦੇ ਸਰਪੰਚਾਂ ਤੋਂ ਲੈ ਕੇ ਪੱਤਰਕਾਰਾਂ ਤੋਂ ਲੈ ਕੇ ਹਾਰੇ ਜਿੱਤੇ ਐਮਐਲਏਆਂ ਤੋਂ ਲੈ ਕੇ ਐਸਐਚਓ, ਡੀਐਸਪੀ, ਐਸਐਸਪੀ, ਡੀਡੀਪੀ, ਮੰਤਰੀ, ਮੁੱਖ ਮੰਤਰੀ ਤੱਕ ਸਾਰੇ ਇਸ ਮਹਿਕਮੇ ਤੋਂ ਪੈਸਾ ਆਉਂਦੇ। ਪਿਛਲੀ ਸਰਕਾਰ ਸਮੇਂ ਗੈਰ ਕਾਨੂੰਨੀ ਮਾਈਨਿੰਗ ਦਾ ਮੁੱਦਾ ਵੱਡੀ ਪੱਧਰ ਤੇ ਉੱਠਿਆ। ਨਵਜੋਤ ਸਿੰਘ ਸਿੱਧੂ ਤੋਂ ਲੈ ਕੇ ਆਪ ਨੇ ਕੈਪਟਨ ਸਰਕਾਰ ਅਤੇ ਫਿਰ ਚੰਨੀ ਸਰਕਾਰ ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ। ਰਾਣਾ ਗੁਰਜੀਤ ਨੂੰ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਕੈਪਟਨ ਨੇ ਖੁਦ ਹੈਲੀਕਾਪਟਰ ਰਾਹੀਂ ਰੇਕੀ ਕੀਤੀ, ਪਰ ਮਾਈਨਿੰਗ ਮਾਫੀਆ ਬੇਲਗਾਮ ਹੀ ਰਿਹਾ। ਰੋਪੜ ਤੋਂ ਅਵਤਾਰ ਸਿੰਘ, ਨਿਊਜ਼ 18 ਪੰਜਾਬ। उधर भगवंत मान सरकार का फैसला सामने आया, ई ऑफिस सिस्टम ते जोर दिता जाएगा। मुख मंत्री ने अधिकारियों के नाल दस्से कि मीटिंग की है और दफ्तरां दे विच फाइलां दी थां ऑनलाइन काम ते चर्चा की गई है। सो ई ऑफिस दे नाल काम दे विच पारदर्शिता आवेगी। उन्हां दा कहना है सिद्धे तौर ते कह लईए कि हुण कागजी काम नूं घट कीता जा रहा है और उस दे विच घाट लिआंदी जा रही है। तो दूसरे पासे ई सिस्टम नूं जिहड़ा पहल दित्ती जा रही है, खास तौर ते जेकर इस वार बजट की गल की जाए तो वह भी पेपरलैस होएगा। उस दे विच भी दावा किया जा रहा है कि वड्डे पद्धर ते जिहड़ा बचाव है वह कागजां दा हो रहा है, शिट्टां दा हो रहा है। सो इस दे चलदे हुण ई ऑफिस सिस्टम नूं लैके फैसला दिता गया है कि इस ते जोर दिता जाएगा और मुख अधिकारियों के नाल दस्सी कि इस दे बाबत मीटिंग भी हुई है। तो दस्सी कि इस दे बाबत ट्वीट किया गया है और मुख्यमंत्री भगवंत मान का ट्वीट है, ई गवर्नेंस दे वल वध रहा पंजाब। अज शासन सुधार ते अफसरां दे नाल मीटिंग दौरान ई ऑफिस दे कल्चर नूं अगे वधाउण दी चर्चा हुई है। आम लोकां नूं सहूलतां उन्हां द्वारा पहुंचाने के लिए और सरकारी दफ्तरों के फाइलों का भार घटाउण अते कामकाज नूं ई ऑफिस के वल लैके जाने के लिए असीं लगातार काम कर रहे हैं। सो ट्वीट करके दस्सिया गया कि किस तरह के नाल इस ते काम किया जा रहा है। तो सीएम भगवंत मान दी अधिकारियों के नाल भी मीटिंग हुई है। पंजाब दे विच टूरिज्म नूं प्रफुल्लित करने के लिए बैठक हुई है। दस्सी कि रणजीत सागर डैम का विकास होएगा। उन्होंने कहना है कि डैम के प्रोजेक्ट नूं लैके जिहड़ी समीक्षा की जाएगी, उसके बाबत समीक्षा मीटिंग हुई है। खास तौर पर जेकर टूरिज्म की गल की जाए तो दूरों दूरों आते लोग जिहड़े ने पंजाब दे विच आके किहड़े-किहड़े अजिहे प्लेसिस ने, अजिहे किहड़े-किहड़े थां ने जिन्हां नूं वेख सकदे ने। खास तौर पर जेकर एक दी गल की जाए तो म्यूजियम है, विरासत ए खालसा, उसनूं वेख्या जा सकदा है। उस तो बाद एक रोपड़ दे विच फिलहाल जो नवां एक बनाया गया, सो उसनूं दास्तान शहादत है, सो उसनूं वेख्या जा सकता है। इस तो इलावा रणजीत सागर डैम नूं लैके विकास होएगा, यह भी सीएम कहते हुए नजर आए ने। सो टूरिज्म तौर पर किस तरह दे नाल प्रफुल्लित किया जा सकता है। और एक ट्वीट किया गया उन्होंने वालों कि साडे पंजाब दे विच बहुत सारियां खूबसूरत थावां ने जो सैर सपाटे दे लई वड्डा केंद्र बन सकदियां ने। शुरुआत असीं रणजीत सागर डैम के विकास प्रोजेक्ट तो करन जा रहे हैं, जिसनूं मिनी आयरलैंड भी कहा जाता है। अज अधिकारियों के नाल इस प्रोजेक्ट नूं लैके समीक्षा मीटिंग की है, यानी कि किस तरह के नाल प्रफुल्लित किया जा सकता है सैर सपाटे नूं, वो देखा गया। उधर राजपुरा दे विच बिजली मंत्री हरभजन सिंह ईटीओ ने 500 मेगावाट इंटर कनैक्टिंग ट्रांसफार्मर की शुरुआत की है। दस्सी कि 31 करोड़ की लागत के नाल यह पूरा सेटअप तैयार किया गया। बिजली मंत्री ने दस्सिया कि आने वाले झोने के सीजन के लिए यह ट्रांसफार्मर सहायता देगा। और पीएसपीसीएल के बलदेव सिंह सरना ने दस्सिया कि ट्रांसफार्मर 500 मेगावाट वांगू बिजली की समर्था का वाधा करेगा, यानी कि सीधे तौर पर एक बड़ा प्रोजेक्ट लगाया गया। राजपुरा सब स्टेशन के चंदूआ खुर्द विलेज के 500 MVA का ICT इंटरकनैक्टिंग ट्रांसफार्मर इंस्टॉल किया है। ये नाल साडी कैपेसिटी जिहड़ी आ वो पहला 7700 8200 सीगी, ये नाल वध के ट्रांसमिशन जिहड़ी आ 8200 तो 8700 तक हो जाएगी। सानू आने वाले पैडी सीजन के विच ਇਹਦਾ ਕਾਫੀ ਫਾਇਦਾ ਹੋਏਗਾ। तो उधर पंजाब के कई रेलवे स्टेशनों को उड़ाने की धमकी दी गई है। दस्सी कि कई धार्मिक स्थानों भी उड़ाने की धमकी दी गई है, पत्थर के जरिए धमकी दी गई है। लुधियाना रेलवे स्टेशन की सुरक्षा जिसके चलते वधा दी गई है, सख्ती के नाल चैकिंग की जा रही है। खास तौर पर जेकर रेलवे स्टेशन की गल की जाए तो यह अजिहियां थावां ने जो कि पब्लिक प्लेसिस ने, यानी कि बस स्टैंड हो गया, रेलवे स्टेशन हो गया, एयरपोर्ट हो गया, ये सीधे तौर पर इत्थे आवाजाही जिहड़ी आम रहिंदी है, लोगों की बड़ी तादाद च लोग मौजूद रहिंदे ने। सो रेलवे स्टेशनों उड़ाउण की धमकी तो बाद सख्ती के नाल चैकिंग की जा रही है। अब बैग जिहड़े ने चैक किए गए ने। आही आके प्लेट थोड़ा स्टेशन बम नाल उड़ा देवांगे। होर भी काफ़ी कुछ है जी, धार्मिक स्थान भी लिखे हुए हैं।
ਹੋਰ ਪਲੇਟਫਾਰਮ ਤੇ ਜਿਹੜੇ ਰੇਲਵੇ ਸਟੇਸ਼ਨ ਨੇ ਬੱਸ ਸਟੈਂਡ ਹੈ ਉਹਨਾਂ ਨੂੰ ਵੀ ਉਡਾਣ ਦੀ ਧਮਕੀ ਹੈ ਜੀ। ਲੁਧਿਆਣਾ ਸ਼ਹਿਰ 'ਚ ਲੁਧਿਆਣਾ ਨਹੀਂ, ਪੂਰੇ ਅੱਧੇ ਪੰਜਾਬ ਦੀ। ਤੇ ਹੁਣ ਸਿਕਿਉਰਿਟੀ ਕਿਸ ਤਰੀਕੇ ਨਾਲ ਕੀਤੀ ਜਾ ਰਹੀ ਹੈ? ਅਸੀਂ ਪ੍ਰੋਪਰ ਚੈੱਕ ਕਰ ਰਹੇ ਹਾਂ ਜੀ, ਹਰ ਆਉਣ ਜਾਣ ਵਾਲੇ ਨੂੰ ਪ੍ਰੋਪਰ ਚੈੱਕ ਕਰ ਰਹੇ ਹਾਂ। ਨਾਲ ਸਾਡੀ ਅਨਾਉਂਸਮੈਂਟ ਵੀ ਤੁਸੀਂ ਸੁਣ ਰਹੇ ਹੋਗੇ, ਲਗਾਤਾਰ ਚੱਲਦੀ ਹੈ ਜੀ ਸਾਡੀ ਅਨਾਉਂਸ। ਤਾਂ ਅਧਿਕਾਰੀ ਦੱਸ ਰਹੇ ਨੇ ਸਿਰਫ ਰੇਲਵੇ ਸਟੇਸ਼ਨ ਨਹੀਂ ਬਲਕਿ ਬੱਸ ਸਟੈਂਡ ਵੀ ਹੈ ਔਰ ਧਾਰਮਿਕ ਸਥਾਨ ਵੀ ਨੇ ਜਿਨ੍ਹਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਅੱਗੇ ਵਧਦੇ ਹਾਂ, ਲੁਧਿਆਣਾ ਦੀ ਗੱਲ ਕਰਾਂਗੇ ਜਿੱਥੇ ਦਰਦਨਾਕ ਹਾਦਸਾ ਵਾਪਰਿਆ। ਸਕਾਰਪੀਓ ਗੱਡੀ ਨੇ ਮਹਿਲਾ ਨੂੰ ਦਰੜ ਦਿੱਤਾ। ਦੱਸਿਆ ਕਿ ਗੱਡੀ ਤੇ ਲੱਗਿਆ ਹੋਇਆ ਸੀ ਪੁਲਿਸ ਦਾ ਸਟicker। ਮਹਿਲਾ ਦੀ ਹਾਲਤ ਜਿਹੜੀ ਹੈ ਗੰਭੀਰ ਬਣੀ ਹੋਈ ਹੈ ਔਰ ਤਸਵੀਰਾਂ ਬੇਹੱਦ ਹੀ ਦਿਲ ਦਹਿਲਾਉਣ ਵਾਲੀਆਂ ਨੇ। ਖਾਸ ਤੌਰ ਤੇ ਤਸਵੀਰਾਂ ਜ਼ਾਹਿਰ ਨੇ ਕਿਸ ਤਰ੍ਹਾਂ ਦੇ ਨਾਲ ਇਹ ਹਾਦਸਾ ਵਾਪਰਿਆ ਹੈ। ਮਹਿਲਾ ਜਿਹੜੀ ਹੈ ਉਹ ਦਰੜ ਦਿੱਤੀ ਗਈ ਹੈ। ਲੁਧਿਆਣਾ ਦੇ ਵਿੱਚ ਤਸਵੀਰ ਦੱਸ ਰਹੀ ਹੈ ਕਿ ਕਿਸ ਹਿਸਾਬ ਦੇ ਨਾਲ ਵਾਪਰਿਆ ਹਾਦਸਾ, ਕਿਸ ਤਰ੍ਹਾਂ ਦੇ ਨਾਲ, ਕਿਉਂਕਿ ਐਕਟਿਵਾ ਜਿਹੜੀ ਹੈ ਸਾਫ਼ ਤੌਰ ਤੇ ਵੇਖਿਆ ਜਾ ਰਿਹਾ ਹੈ ਸਕੂਟੀ ਜਿਹੜੀ ਹੈ ਇਸ ਗੱਡੀ ਦੇ ਹੇਠਾਂ ਹੈ ਔਰ ਪੂਰੀ ਤਰ੍ਹਾਂ ਦੇ ਨਾਲ ਉਹ ਮਹਿਲਾ ਜਿਹੜੀ ਹੈ ਉਹ ਦਰੜ ਦਿੱਤੀ ਗਈ ਹੈ। ਸੋ ਪੁਲਿਸ ਨੇ ਗੱਡੀ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਹੈ। ਮਹਿਲਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਔਰ ਉਸ ਦਾ ਇਲਾਜ ਚੱਲ ਰਿਹਾ ਹੈ। ਹਾਲਾਂਕਿ ਫਿਲਹਾਲ ਹਾਲਤ ਜਿਹੜੀ ਹੈ ਕਾਫੀ ਗੰਭੀਰ ਹੈ ਪਰ ਇਲਾਜ ਚੱਲ ਰਿਹਾ ਔਰ ਪੁਲਿਸ ਦਾ ਸਟicker ਜਿਹੜਾ ਇਸ ਗੱਡੀ ਤੇ ਲੱਗਿਆ ਹੋਇਆ ਸੀ। ਸੋ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਕਿਸ ਤਰ੍ਹਾਂ ਦੇ ਨਾਲ ਇਹ ਹਾਦਸਾ ਵਾਪਰਿਆ, ਦਰਦਨਾਕ ਹਾਦਸਾ ਵਾਪਰਿਆ ਲੁਧਿਆਣਾ ਦੇ ਵਿੱਚ। ਨਹੀਂ, ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ, ਉੱਥੇ ਜਾ ਕੇ ਹੀ ਪਤਾ ਲੱਗਣਾ ਡੀਐਮਸੀ। ਇਹ ਪੁਲਿਸ ਅਫਸਰ ਦੀ ਤਾਂ ਨਹੀਂ ਕਿਸੇ ਸੀਨੀਅਰ? ਮੈਂ ਅੱਜ ਕੁਝ ਨਹੀਂ ਕਹਿ ਸਕਦੀ ਜਦੋਂ ਤੱਕ ਮੈਂ ਵੈਰੀਫਾਈ ਨਹੀਂ ਕਰਦੀ। ਸਕਾਰਪੀਓ ਵਾਲੇ ਸਾਡੇ ਕੋਲ ਤੇ ਮੈਡਮ ਕਿੰਨੀ ਕੁ ਏਜ ਦਾ ਹੈ ਮੁੰਡਾ ਜਿਹੜਾ ਗੱਡੀ ਚਲਾ ਰਿਹਾ ਸੀ? ਏਜ ਉਹਨਾਂ ਦੀ ਕਨਫਰਮ ਉਹਨਾਂ ਦੇ ਆਈਡੀ ਵਗੈਰਾ ਹੋਈ। ਮੈਡਮ ਕਿੰਨੇ ਜਾਣੇ ਸੀਗੇ? 2 ਜਾਣੇ ਗੱਡੀ 'ਚ। ਉਧਰ ਹਰਿਆਣਾ ਨਗਰ ਕੌਂਸਲ ਨੂੰ ਲੈ ਕੇ ਵੱਡੀ ਖਬਰ ਹੈ। ਦੱਸਦੀ ਕਿ ਬੀਜੇਪੀ ਕੱਲੀ ਹੀ ਨਿਗਮ ਚੋਣਾਂ ਲੜੇਗੀ। ਹਰਿਆਣਾ ਬੀਜੇਪੀ ਪ੍ਰਧਾਨ ਓਪੀ ਧਨਖੜ ਦਾ ਬਿਆਨ ਸਾਹਮਣੇ ਆਇਆ ਕਿ ਗੱਠਜੋੜ ਦੇ ਨਾਲ ਚੋਣਾਂ ਨਹੀਂ ਲੜੀਆਂ ਜਾਣਗੀਆਂ। ਹਰਿਆਣਾ ਦੇ ਵਿੱਚ ਦੱਸਦੀ ਕਿ ਬੀਜੇਪੀ ਤੇ ਜੇਜੇਪੀ ਦਾ ਗੱਠਜੋੜ ਹੈ, ਉਸ ਦੇ ਨਾਲ ਸਰਕਾਰ ਬਣੀ ਹੋਈ ਹੈ। ਖਾਸ ਤੌਰ ਤੇ ਜੇਕਰ ਦੁਸ਼ਯੰਤ ਚੌਟਾਲਾ ਦੀ ਗੱਲ ਕੀਤੀ ਜਾਵੇ ਤਾਂ ਡਿਪਟੀ ਸੀਐਮ ਉਹਨਾਂ ਨੂੰ ਬਣਾਇਆ ਗਿਆ ਸੀ ਕਿ ਗੱਠਜੋੜ ਦੇ ਚੱਲਦੇ ਉਹਨਾਂ ਦੇ ਕੋਲ 10 ਸੀਟਾਂ ਸਨ। ਸੋ ਜਿਸ ਵੇਲੇ ਗੱਠਜੋੜ ਹੋਇਆ ਸੀ ਜਦੋਂ ਵਿਧਾਨ ਸਭਾ ਚੋਣਾਂ ਹੋਈਆਂ ਸਨ ਤਾਂ ਹਰਿਆਣਾ ਦੇ ਵਿੱਚ ਬੀਜੇਪੀ ਦੇ ਵੱਲੋਂ ਔਰ ਜੇਜੇਪੀ ਦੇ ਵੱਲੋਂ ਗੱਠਜੋੜ ਦੇ ਨਾਲ ਸਰਕਾਰ ਬਣਾਈ ਗਈ ਸੀ। ਪਰ ਹੁਣ ਜੇਕਰ ਨਿਗਮ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਲੈ ਕੇ ਪ੍ਰਧਾਨ ਦਾ ਬਿਆਨ ਆਇਆ, ਬੀਜੇਪੀ ਪ੍ਰਧਾਨ ਦਾ ਓਪੀ ਧਨਖੜ ਦਾ, ਕਿ ਅਸੀਂ ਇਕੱਲੇ ਹੀ ਚੋਣਾਂ लड़ांगे। भारतीय जनता पार्टी की प्रदेश चुनाव समिति की बैठक में आज निर्णय किया गया है कि नगर परिषद नगर पालिका चुनाव में भारतीय जनता पार्टी गठबंधन की बजाय अकेले चुनाव लड़ेगी। सभी नगर परिषदों में सिंबल पर चुनाव लड़ा जाएगा, ये सैद्धांतिक फैसला लिया गया है। नगर पालिका और वार्डों के चुनाव जिला इकाई पर छोड़ेंगे। जो जिला इकाइयाँ नगर पालिका में सिंबल पर जाना चाहती हैं उनको सिंबल की अनुमति देंगे और इसी तरह से सभी वार्डों में जहाँ जहाँ जिला इकाई सिंबल पर जाना चाहती हैं उनको सिंबल पर जाने की अनुमति देंगे। तो उधर पठानकोट के कई इलाकों के विच लोग गंदा पानी पीने के लिए मजबूर ने। दस्से कि जिसका खमियाजा लोगों को बीमारी के रूप में भुगतना पै रहा है। बीमार होने वालों के विच बच्चों की गिनती ज्यादा है। बच्चों के विच पीलिया, दस्त ते उल्टियां वर्गियां बीमारियां फैल रही ने। तस्वीरां वेख पा रहे हो, हस्पताल के विच भर्ती कराया गया। लोगों ने इस गंदे पानी के लिए दस्से कि निगम नूं जिम्मेवार दस्सिया और डॉक्टरों ने लोगों को सलाह दी है कि पानी उबाल के पीता जाए। मेरी बेटी नूं टाइफाइड होया, पीलिया होया था जी, ਤੇ ਕਈ ਦਿਨਾਂ ਤੋਂ ਪਾਣੀ ਸਾਫ਼ ਨਾ ਹੋਣ ਕਰਕੇ ਬੱਚੇ ਬਿਮਾਰ ਹੋਏ ਗਏ ਆ ਤੇ ਸਿਵਲ ਹਸਪਤਾਲ 'ਚ ਇਲਾਜ ਕਰਾਇਆ ਗਏ ਆ। ਖੁਦ ਮਰੀਜ਼ ਹੋਣ ਦੇ ਨਾਤੇ ਇਹਦੇ ਲਾਗੇ ਬੈਠੇ ਦੇ ਆ। ਸਰਕਾਰ ਨੂੰ ਚਾਹੀਦਾ ਕਿ ਪਾਣੀ ਸਾਫ਼ ਸੁਥਰਾ ਦੇਵੇ। ਸਾਡੇ 2 ਬੱਚੇ ਦੋਨੇ ਇੱਥੇ ਐਡਮਿਟ ਹੋਏ ਦੇ ਆ। ਇੱਕ ਨੂੰ ਪੀਲੀਆ ਹੋਇਆ, ਇੱਕ ਨੂੰ ਟਾਈਫਾਇਡ ਪੇਟ ਦੇ ਵਿੱਚ ਇਨਫੈਕਸ਼ਨ ਵਗੈਰਾ ਹੋਈ ਦੀ ਹੈ। सरकार इदा बड़े वादे करती है, पानी देंगे, ये देंगे, चंगा देंगे, साफ सुथरा। इन्ना गंदा पानी पठानकोट का जिन्हें कोई कहने की गल नहीं। बच्चे बीमार है साडे। ज़्यादा जो पेशेंट अजकल पीलिया आ रहे हैं ना, उसका ज़्यादा कारण जो होंगे गंदे मंदे पानी तो होंगे। और गंदे मंदे पानी तो इन्होंने दिनों चांसिस होंगे कि जो कोई सीवरेज मिक्स हो जाता पानी के नाल, अंडरग्राउंड जो पानी पीने वो तो यह बीमारी फैलती है। उन्होंने अभी वैसे अपने तरीके ही ठीक और रूट करने ਉਹਦੇ ਨਾਲ ਬਿਮਾਰੀ ਜਿਹੜੀ ਹੈ ਗੰਦੇ ਮੰਦੇ ਪਾਣੀ ਨਾਲ ਫੈਲਦੀ ਹੈ। ਸੋ ਲਗਾਤਾਰ ਖਬਰਾਂ ਤੇ ਨਜ਼ਰ ਬਣੀ ਹੋਈ ਹੈ। ਇੱਕ ਬ੍ਰੇਕ ਤੇ ਲਈ ਰੁਕ ਰਹੇ ਹਾਂ, ਜਲਦੀ ਵਾਪਸ ਆਵਾਂਗੇ।